ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatratedispatching.com। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ। ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਇੱਕ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਅਤੇ ਇਹ ਪ੍ਰੋਗਰਾਮ ਜਿੱਦਾਂ ਕਿ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵਾਅਦਾ ਕੀਤਾ ਸੀਗਾ, ਜਿਹੜਾ ELDT ਦੀ ਰਿਕੁਆਇਰਮੈਂਟਸ ਹੈਗੀਆਂ ਅਤੇ CDL ਸਕੂਲ ਦੀਆਂ ਰਿਕੁਆਇਰਮੈਂਟਸ ਹੈਗੀਆਂ, ਉਹਨਾਂ ਦੇ ਬਾਰੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰ ਰਹੇ ਸੀਗੇ ਅਤੇ ਆਪਣਾ ਪ੍ਰੋਗਰਾਮ ਥੋੜ੍ਹਾ ਸ਼ਾਰਟ ਪੈ ਗਿਆ ਸੀਗਾ, ਕਿਉਂਕਿ ਮੈਂ ਪ੍ਰੋਗਰਾਮ ਜਿਹੜਾ ਆ ਉਹ 20 ਮਿੰਟ ਤੋਂ ਜ਼ਿਆਦਾ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਫਿਰ ਮੁੜ ਕੇ ਜਿਹੜਾ ਧਿਆਨ ਭਟਕ ਜਾਂਦਾ, ਐਡਾ ਲੰਮਾ ਪ੍ਰੋਗਰਾਮ ਸੁਣਿਆ ਨਹੀਂ ਜਾਂਦਾ। ਸੋ ਇਸ ਜਿਹੜਾ ਐਪੀਸੋਡ ਹੈਗਾ, ਇਹਦੇ ਵਿੱਚ ਆਪਾਂ ਜਿੱਥੇ ਗੱਲ ਆਪਾਂ ਛੱਡੀ ਸੀਗੀ ਕਿ ELDT ਦੀਆਂ ਰਿਕੁਆਇਰਮੈਂਟਸ, ਜਿੱਥੇ ਆਪਾਂ ਗੱਲ ਰਹਿ ਗਈ ਸੀ 30 ਜਿਹੜੇ ਏਰੀਏ ਹੈਗੇ ਆ, ਉਹ ਕਿਹੜੇ ਏਰੀਏ ਆ ਜਿਨ੍ਹਾਂ ਦੇ ਵਿੱਚ ਟ੍ਰੇਨਿੰਗ ਜਿਹੜੀ ਦਿੱਤੀ ਜਾਣੀ ਹੈਗੀ ਆ। ਸੋ ਉਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ। ਤੁਸੀਂ ਸੁਣਨ ਵਾਲਿਓ ਪਲੀਜ਼, ਜੇ ਤੁਸੀਂ ਅਜੇ ਤੱਕ ਸਾਡਾ ਚੈਨਲ ਸਾਊਂਡ ਕਲਾਊਡ 'ਤੇ ਜਾ ਕੇ ਫੋਲੋ ਨਹੀਂ ਕੀਤਾ ਤਾਂ ਪਲੀਜ਼ ਸਾਊਂਡ ਕਲਾਊਡ ਦੇ ਉੱਤੇ ਸਾਡਾ ਚੈਨਲ ਜ਼ਰੂਰ ਫੋਲੋ ਕਰੋ, ਰਮਨ ਢਿੱਲੋਂ ਸ਼ੋ। ਇਹਦੇ ਵਿੱਚ ਟਰੱਕਿੰਗ ਦੇ ਰਿਲੇਟਡ ਹਰ ਪ੍ਰੋਗਰਾਮ ਜਿਹੜਾ ਆ ਅਸੀਂ ਤੁਹਾਡਾ ਪ੍ਰੈਜ਼ੈਂਟ ਕਰਦੇ ਹਾਂ, ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਇਹਨੂੰ ਜ਼ਰੂਰ ਜੇ ਤੁਸੀਂ ਲਾਈਕ ਕਰਦੇ ਤਾਂ ਆਪਣੇ ਫਰੈਂਡਸ ਐਂਡ ਫੈਮਲੀ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਚਲੋ ਜੀ, ਵੱਧਦੇ ਹਾਂ ਆਪਾਂ ਇਸ ਸਿਲਸਿਲੇ ਦੇ ਵਿੱਚ। ਜਿਹੜਾ ELDT ਦੀਆਂ ਰਿਕੁਆਇਰਮੈਂਟਸ ਹੈਗੀਆਂ 30 ਜਿਹੜੇ ਏਰੀਆਜ਼ ਹੈਗੇ ਆ, 30+ ਏਰੀਆਜ਼ ਹੈਗੇ ਆ, ਜਿਨ੍ਹਾਂ ਦੇ ਉੱਤੇ ਜਿਹੜੀ ਆ ਉਹ ਪੜ੍ਹਾਈ ਕਰਾਉਣ ਨੂੰ ਕਿਹਾ ਗਿਆ ਹੈਗਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਪੜ੍ਹਾਈ ਕਰਾਉਣੀ ਹੈਗੀ ਆ। ਜਿਹੜੀ ਪਹਿਲਾਂ ਆਪਾਂ ਗੱਲ ਕਰੀਏ ਤਾਂ ਗੱਲ ਆਉਂਦੀ ਆ ਵਿਜ਼ੂਅਲ ਸਰਚ। ਜਿਹੜੀ ਵਿਜ਼ੂਅਲ ਸਰਚ ਹੈਗੀ ਆ ਕਿਸੇ ਕਿਸਮ ਦੀ ਵੀ, ਉਹਦੇ ਬਾਰੇ ਦੇ ਵਿੱਚ ਗੱਲ ਕਰਨੀ ਜ਼ਰੂਰੀ ਆ। ਡੈਜ਼ਿਗਨੇਸ਼ਨ ਜਿਹੜੀ ਹੈਗੀ ਆ ਉਹਦੇ ਬਾਰੇ ਦੇ ਵਿੱਚ ਗੱਲ ਕਰਨੀ ਜ਼ਰੂਰੀ ਹੈਗੀ ਆ। ਸਪੀਡ ਮੈਨੇਜਮੈਂਟ, ਇਹ ਬਹੁਤ ਜ਼ਰੂਰੀ ਗੱਲਾਂ ਹੈਗੀਆਂ ਜਿਹੜੀਆਂ ਕਿ ਸ਼ਾਇਦ ਹੋ ਸਕਦਾ ਹੋਣ ਵਾਲੇ ਜਿਹੜੇ ਟ੍ਰੇਨਿੰਗ ਮੈਨੂਅਲ ਹੈਗੇ ਆ, ਪ੍ਰੋਗਰਾਮ ਹੈਗੇ, ਉਹਨਾਂ ਦੇ ਵਿੱਚ ਨਹੀਂ ਕੀਤੀਆਂ ਜਾਂਦੀਆਂ, ਪਰ ਹੋ ਸਕਦਾ ਕੀਤੀਆਂ ਵੀ ਜਾਂਦੀਆਂ ਹੁਣ ਕੁਝ ਸਕੂਲਾਂ ਕਰਕੇ, ਪਰ ਹੁਣ ਇਹ ਫੈਡਰਲੀ ਮੈਂਡੇਟਡ ਹੈਗਾ। ਸਪੀਡ ਮੈਨੇਜਮੈਂਟ, ਸਪੀਡ ਕਿੱਦਾਂ ਮੈਨੇਜ ਕਰਨੀ ਹੈਗੀ ਆ ਜਿਹੜੀ ਆ ਫਰੀਵੇ ਦੇ ਉੱਤੇ। ਉਸ ਤੋਂ ਅੱਗੇ ਆਉਂਦਾ ਪੋਸਟ ਕ੍ਰੈਸ਼ ਪ੍ਰੋਸੀਜਰਸ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਪੋਸਟ ਕ੍ਰੈਸ਼ ਪ੍ਰੋਸੀਜਰਸ। ਸੋ ਜੇ ਕ੍ਰੈਸ਼ ਹੋ ਜਾਂਦਾ, ਜੇ ਤੁਹਾਡਾ ਐਕਸੀਡੈਂਟ ਹੋ ਜਾਂਦਾ, ਅਤੇ ਉਹਦੇ ਤੋਂ ਬਾਅਦ ਦੇ ਵਿੱਚ ਕਿਹੜੇ ਪ੍ਰੋਸੀਜਰ ਜਿਹੜੇ ਤੁਸੀਂ ਫੋਲੋ ਕਰਨੇ ਆ। ਓਰੀਐਂਟੇਸ਼ਨ ਕੀ ਹੁੰਦੀ ਆ, ਓਰੀਐਂਟੇਸ਼ਨ ਤੁਹਾਡੀ ਜਿਹੜੀ ਆ ਜ਼ਰੂਰੀ ਹੈਗੀ ਆ। ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ। ਬਹੁਤ ਜ਼ਿਆਦੀਆਂ ਐਸੀਆਂ ਵਰਬੇਜ ਹੈਗੀਆਂ, ਐਸੇ ਵਰਡਸ ਹੈਗੇ ਜਿਹੜੇ ਟਰੱਕਿੰਗ ਦੇ ਵਿੱਚ ਬੋਲੇ ਜਾਂਦੇ ਆ, ਲੇਕਿਨ ਉਹ ਨਵੇਂ ਡਰਾਈਵਰ ਨੂੰ ਪਤਾ ਨਹੀਂ ਹੁੰਦੇ। ਸੋ ਕਮਿਊਨੀਕੇਸ਼ਨ, ਜਿਹੜੀ ਕਲੀਅਰ ਕਮਿਊਨੀਕੇਸ਼ਨ ਕਰਨੀ ਹੈਗੀ ਆ, ਉਹ ਬਹੁਤ ਜ਼ਰੂਰੀ ਹੈਗੀ ਆ। ਸਪੇਸ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਲੋਡ ਚੱਕਣਾ ਹੈਗਾ, ਉਹਦੇ ਵਿੱਚ ਸਪੇਸ ਕਿਵੇਂ ਮੈਨੇਜ ਕਰਨੀ ਹੈ, ਕਿੱਦਾਂ ਕੀ ਕੁਛ ਕਰਨਾ ਹੈਗਾ, ਜਾਂ ਤੁਸੀਂ ਆਪਣੇ ਆਲੇ ਦੁਆਲੇ ਸਪੇਸ ਮੈਨੇਜਮੈਂਟ ਕਰਨੀ ਆ। ਇਹ ਹੁਣ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਆਉਣ ਵਾਲੀਆਂ ਟ੍ਰੇਨਿੰਗ ਦੇ ਵਿੱਚ ਪਤਾ ਲੱਗੂਗਾ ਕਿ ਇਹਦੇ ਵਿੱਚ ਕੀ ਇਸ ਏਰੀਆ ਦੇ ਵਿੱਚ ਕਿਹਦੇ ਬਾਰੇ 'ਚ ਗੱਲ ਕਰਦੇ ਸਪੇਸ ਮੈਨੇਜਮੈਂਟ ਦੇ ਵਿੱਚ। ਉਸ ਤੋਂ ਅੱਗੇ ਆ ਗਿਆ ਜੀ ਮੇਨਟੇਨੈਂਸ। ਸੋ ਮੇਨਟੇਨੈਂਸ ਬਾਰੇ ਵੀ ਤੁਹਾਨੂੰ ਸਕੂਲ ਦੇ ਵਿੱਚ ਸਿਖਾਇਆ ਜਾਏਗਾ ਕਿ ਮੇਨਟੇਨੈਂਸ ਦਾ ਕਿੱਦਾਂ ਧਿਆਨ ਰੱਖਣਾ ਹੈਗਾ, ਮੇਨਟੇਨੈਂਸ ਨੂੰ ਕਿਵੇਂ ਜਿਹੜਾ ਸਿੱਖਣਾ ਹੈਗਾ, ਸਮਝਣਾ ਹੈਗਾ ਕਿ ਮੇਨਟੇਨੈਂਸ ਕੀ ਹੈ ਅਤੇ ਕਿਵੇਂ ਕੀਤਾ ਜਾਂਦਾ ਹੈ, ਕਿੱਦਾਂ ਕੀ। ਤੁਹਾਨੂੰ ਟ੍ਰੇਨਿੰਗ ਨਹੀਂ ਦੇਣੀ ਮੇਨਟੇਨੈਂਸ ਦੀ, ਲੇਕਿਨ ਤੁਹਾਨੂੰ ਮੇਨਟੇਨੈਂਸ ਬਾਰੇ ਪਤਾ ਹੋਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਇਹ ਸੁਣਿਆ ਜਾਂਦਾ ਕਿ ਡਰਾਈਵਰ ਨੂੰ ਜਿਹੜਾ ਹੁੱਡ ਖੋਲ੍ਹਿਆ ਟਰੱਕ ਦਾ ਅਤੇ ਉਹਨੂੰ ਇਹ ਨਹੀਂ ਪਤਾ ਵੀ ਕਿੱਥੇ ਤੇਲ ਪੈਣਾ ਅਤੇ ਕਿੱਥੇ ਜਿਹੜਾ ਵਾਸ਼ਰ ਫਲੂਇਡ ਪੈਣਾ ਅਤੇ ਕਿੱਥੇ ਜਿਹੜਾ ਆ ਕੀ ਆਉਣਾ, ਕਿੱਥੋਂ ਆਇਲ ਚੈੱਕ ਕਰਨਾ ਹੈ। ਇਹ ਬਹੁਤ ਜ਼ਿਆਦਾ ਜਿਹੜੇ ਨਵੇਂ ਡਰਾਈਵਰ ਆ ਉਹਨਾਂ ਨੂੰ ਸ਼ਾਇਦ ਨਵੇਂ ਟਰੱਕਾਂ ਦੇ ਵਿੱਚ ਜਾਂ ਬਾਹਰ ਪਤਾ ਹੀ ਨਹੀਂ ਲੱਗਦਾ ਕਿੱਥੇ ਕੀ ਹੁੰਦਾ ਹੈ। ਉਸ ਤੋਂ ਅਗਲਾ ਜਿਹੜਾ ਏਰੀਆ ਜਿੱਥੇ ਧਿਆਨ ਦਿੱਤਾ ਜਾਣਾ ਉਹ ਹੈਗਾ ਕੰਟਰੋਲ ਸਿਸਟਮਸ ਐਂਡ ਡੈਸ਼ਬੋਰਡ। ਸੋ ਜੇ ਨਵੇਂ ਟਰੱਕਾਂ ਦਾ ਜਿਹੜਾ ਸਿਸਟਮ ਹੈਗਾ, ਜਿਹੜਾ ਕੰਟਰੋਲ ਸਿਸਟਮ ਹੈਗਾ ਜਾਂ ਡੈਸ਼ਬੋਰਡ ਹੈਗਾ, ਉਹਦੇ ਉੱਤੇ ਜਿਹੜਾ ਆ ਉਹ ਉੱਥੇ ਟ੍ਰੇਨਿੰਗ ਜਿਹੜੀ ਆ ਉਹ ਸਕੂਲ ਦੇ ਵਿੱਚ ਦਿੱਤੀ ਜਾਊਗੀ ਕਿ ਜਿਹੜਾ ਡੈਸ਼ਬੋਰਡ ਹੈਗਾ ਉਹਦੇ ਵਿੱਚ ਕਿਵੇਂ ਤੁਸੀਂ ਸਿਸਟਮ ਨੂੰ ਲਰਨ ਕਰਨਾ ਹੈਗਾ, ਕਿਵੇਂ ਉਹਦੇ ਕੰਟਰੋਲਸ ਦੇਖਣੇ ਹੈਗੇ ਆ। ਕਿਉਂਕਿ ਜਿਹੜਾ ਆਉਣ ਵਾਲੇ ਟਰੱਕਸ ਹੈਗੇ ਆ ਬੜੇ ਹੀ ਜਿਹੜੇ ਆ ਇਲੈਕਟ੍ਰੋਨਿਕਲੀ
ਸਫੀਸ਼ੀਐਂਟ ਹੈਗੇ ਆ। ਸੋ ਇਹਨਾਂ ਦੇ ਵਿੱਚ ਦੇਖਣਾ ਪਊਗਾ ਕਿ ਕਿਵੇਂ ਸਾਰਾ ਕੁਝ ਕੀ ਕਰਨਾ, ਡੈਸ਼ਬੋਰਡ 'ਚ ਕੀ ਚੀਜ਼ਾਂ ਹੁੰਦੀਆਂ। ਇਸ ਤੋਂ ਅੱਗੇ ਚੱਲੀਏ ਤੇ ਜੈਕ ਨਾਈਫ ਤੇ ਅਦਰ ਐਮਰਜੈਂਸੀਜ਼। ਇਹ ਵੀ ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਵਿਸ਼ਾ ਹੈਗਾ ਕਿ ਜੈਕ ਨਾਈਫਿੰਗ ਦਾ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਜੈਕ ਨਾਈਫਿੰਗ ਕੀ ਹੈਗੀ ਹੈ, ਜੈਕ ਨਾਈਫ ਕਿਵੇਂ ਹੁੰਦਾ, ਟਰੱਕ ਕੀ ਮਸਲਾ ਹੁੰਦਾ ਉਦੋਂ, ਤੇ ਹੋਰ ਜਿਹੜੀਆਂ ਐਮਰਜੈਂਸੀਜ਼ ਤੁਹਾਨੂੰ ਪੈਂਦੀਆਂ ਹੈਗੀਆਂ ਉੱਥੇ ਰੋਡ ਦੇ ਉੱਤੇ, ਉਹਨਾਂ ਐਮਰਜੈਂਸੀ ਦੇ ਬਾਰੇ ਦੇ ਵਿੱਚ ਮੇਰੇ ਖਿਆਲ ਹੁਣ ਵਾਲੇ ਜਿਹੜੇ ਸਕੂਲ ਹੈਗੇ ਇਹਨਾਂ ਦੇ ਵਿੱਚ ਕਦੀ ਸਿਖਾਇਆ ਨਹੀਂ ਸੀ ਜਾਂਦਾ, ਪਰ ਇਹ ਬਹੁਤ ਜ਼ਰੂਰੀ ਚੀਜ਼ਾਂ ਹੈਗੀਆਂ ਕਿਉਂਕਿ ਰੋਡ ਦੇ ਉੱਤੇ ਜਦੋਂ ਤੁਸੀਂ ਚੱਲਣਾ ਹੈਗਾ, ਰੋਡ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਜ਼ਰੂਰੀ ਸਿੱਖਣੀਆਂ ਚਾਹੀਦੀਆਂ। ਹੈਂਡਲਿੰਗ ਐਂਡ ਡਾਕੂਮੈਂਟਿੰਗ ਕਾਰਗੋ, ਇਹ ਇੱਕ ਬਹੁਤ ਇੰਪੋਰਟੈਂਟ ਜਿਹੜਾ ਵਿਸ਼ਾ ਹੈਗਾ। ਬਹੁਤ ਜ਼ਿਆਦਾ ਜਿਹੜੇ ਕਲੇਮ ਹੈਗੇ ਆ ਉਹ ਪੈਣ ਤੋਂ ਤੁਸੀਂ ਬਚ ਸਕਦੇ ਹੈਗੇ ਆ, ਕਲੇਮਾਂ ਤੋਂ, ਜੇ ਤੁਸੀਂ ਡਾਕੂਮੈਂਟ ਕਾਰਗੋ ਜਿਹੜੀ ਆ, ਕਾਰਗੋ ਦੀ ਡਾਕੂਮੈਂਟ ਕਰਨਾ ਅਤੇ ਹੈਂਡਲਿੰਗ ਕਰਨਾ ਉਹ ਤੁਹਾਨੂੰ ਸਮਝ ਆਉਣੀ ਚਾਹੀਦੀ ਆ ਕਿ ਜਿਹੜਾ ਮਾਸਟਰ ਬਿਲ ਆਫ ਲੀਡਿੰਗ ਹੈਗਾ ਉਹਨੂੰ ਕਿਵੇਂ ਹੈਂਡਲ ਕਰਨਾ ਆ, ਉਹਦੇ 'ਤੇ ਕੀ ਲਿਖਣਾ ਆ, ਕੀ ਨਹੀਂ ਲਿਖਣਾ, ਕੀ ਉੱਤੇ ਕਰਨਾ ਹੈਗਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਵਧੀਆ ਐਫਰਟ ਹੈਗੀ ਔਰ ਬਹੁਤ ਹੀ ਵਧੀਆ ਇੰਪੋਰਟੈਂਟ ਗੱਲ ਹੈਗੀ ਆ ਕਿ ਇਹ ਚੀਜ਼ਾਂ ਜਿਹੜੀਆਂ ਇਹ ਸਿਖਲਾਈ ਸਕੂਲ ਦੇ ਵਿੱਚ ਸ਼ੁਰੂ ਕੀਤੀ ਜਾਣੀ ਹੈਗੀ ਆ। ਇਸ ਤੋਂ ਅੱਗੇ ਆਈਏ ਤੇ ਆਵਰਸ ਆਫ ਸਰਵਿਸ ਰਿਕੁਆਇਰਮੈਂਟਸ ਜਿਹੜੀਆਂ। ਸੋ ਆਵਰਸ ਆਫ ਸਰਵਿਸ ਦੀ ਫੁੱਲ ਤੁਹਾਨੂੰ ਕਲਾਸ ਸ਼ਾਇਦ ਹੋ ਸਕਦਾ ਹੁਣ ਵੀ ਸਕੂਲਾਂ ਦੇ ਵਿੱਚ ਦਿੱਤੀ ਜਾਂਦੀ ਆ, ਲੇਕਿਨ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਰੂਰ ਔਰ ਬਹੁਤ ਹੀ ਇੰਪੋਰਟੈਂਟ ਜਿਹੜੀ ਵਿਸ਼ਾ ਹੋਊਗਾ, ਏਰੀਆ ਹੋਊਗਾ ਜਿਹਦੇ ਵਿੱਚ ਕਿ ਇਹ ਚੀਜ਼ਾਂ ਕੀਤੀਆਂ ਜਾਣਗੀਆਂ। ਕਿਉਂਕਿ ਪਹਿਲਾਂ ਜਦੋਂ ਪੇਪਰ 'ਤੇ ਹੁੰਦੀ ਸੀ ਤਾਂ ਥੋੜ੍ਹਾ ਜਿਹਾ ਐਫਰਟ ਲੱਗਦੀ ਸੀ, ਥੋੜ੍ਹੀ ਜਿਹੀ ਇਸ਼ੂ ਹੁੰਦਾ ਸੀ। ਹੁਣ ਅੱਜ ਕੱਲ੍ਹ ਕਿਉਂਕਿ ਸਾਰਾ ਇਲੈਕਟ੍ਰੋਨਿਕ ਹੋ ਗਿਆ, ਸਾਰਾ ਬਟਨਾਂ 'ਤੇ ਆ ਗਿਆ, ਅਤੇ ਅੱਜ ਕੱਲ੍ਹ ਟ੍ਰੇਨਿੰਗ ਵੀ ਮੈਨੂੰ ਲੱਗਦਾ ਕਿ ਉਨੀ ਨਹੀਂ ਹੁੰਦੀ ਕਿਉਂਕਿ ਬਹੁਤ ਕੰਪਨੀਆਂ ਨੇ ਇਹ ਚੀਜ਼ ਬਿਠਾਈ ਹੋਈ ਆ ਕਿ ਪਿੱਛੇ ਬੈਕ ਐਂਡ 'ਤੇ ਸਾਰਾ ਕੁਝ ਠੀਕ ਕਰੀ ਜਾਂਦੇ ਆ। ਗਲਤ ਗੱਲ ਆ, ਇੱਦਾਂ ਨਹੀਂ ਕਰਨਾ ਚਾਹੀਦਾ। ਅਤੇ ਉਸ ਤੋਂ ਅਗਲਾ ਵਿਸ਼ਾ ਜਿਹੜਾ ਹੈਗਾ ਪ੍ਰੀ ਟ੍ਰਿਪ ਪੋਸਟ ਟ੍ਰਿਪ ਇੰਸਪੈਕਸ਼ਨਸ, ਇਹ ਪਹਿਲਾਂ ਵੀ ਸੀਗੀਆਂ ਅਤੇ ਹੁਣ ਵੀ ਆ। ਇਹ ਪ੍ਰੀ ਟ੍ਰਿਪ ਪੋਸਟ ਟ੍ਰਿਪ ਇੰਸਪੈਕਸ਼ਨਸ ਜਿਹੜੀਆਂ ਪਹਿਲਾਂ ਵੀ ਸਿਖਾਈਆਂ ਜਾਂਦੀਆਂ ਸੀ ਅਤੇ ਹੁਣ ਵੀ ਸਿਖਾਈਆਂ ਜਾਣੀਆਂ ਹੈਗੀਆਂ, ਇਹ 'ਚ ਕੋਈ ਚੇਂਜਸ ਨਹੀਂ ਹੈਗੀਆਂ। ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੋਰ ਵਿੱਚ ਆਈ ਹੈ ਕਿ ਰੇਲ ਰੋਡ ਹਾਈਵੇ ਗ੍ਰੇਡ ਕ੍ਰਾਸਿੰਗ। ਹਾਂਜੀ, ਇਹ ਬਹੁਤ ਇੰਪੋਰਟੈਂਟ ਹੈਗੀ ਆ। ਬਹੁਤ ਆਪਾਂ ਵੀਡੀਓਜ਼ ਦੇਖਦੇ ਹੈਗੇ ਆ ਜਿਹਦੇ ਵਿੱਚ ਕਿ ਆਪਾਂ ਨੂੰ ਪਤਾ ਲੱਗਦਾ ਕਿ ਟਰੱਕ ਜਿਹੜਾ ਸੀਗਾ ਉਹ ਰੇਲ ਰੋਡ ਕ੍ਰਾਸ ਕਰਦਾ, ਉੱਥੇ ਸਟਕ ਹੋ ਗਿਆ, ਰੇਲ ਆਈ ਵਿੱਚ ਹਿੱਟ ਕਰ ਗਈ ਅਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਸੋ ਇਹਦੇ ਉੱਤੇ ਵੀ ਜਿਹੜੀ ਆ ਸਕੂਲ ਦੇ ਵਿੱਚ ਇਸ ਏਰੀਏ ਦੇ ਉੱਤੇ ਵੀ ਪੜ੍ਹਾਈ ਕਰਾਈ ਜਾਇਆ ਕਰੂਗੀ। ਇਨਵਾਇਰਮੈਂਟ ਅਤੇ ਕੰਪਲਾਇੰਸ ਇਸ਼ੂ ਦੇ ਉੱਤੇ ਵੀ ਗੱਲ ਕੀਤੀ ਜਾਊਗੀ। ਇਨਵਾਇਰਮੈਂਟ ਅਤੇ ਕੰਪਲਾਇੰਸ ਇਸ਼ੂ ਦਾ ਮਤਲਬ ਜਿਹੜੇ ਕਾਰਬ ਦੇ ਇਸ਼ੂਜ਼ ਹੈਗੇ ਆ, ਆਰਬ ਦੇ ਇਸ਼ੂ ਹੈਗੇ ਆ, ਜਿਹੜੇ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਆ ਉਹ, ਅਤੇ ਉਹਦੇ ਲਈ ਜੋ ਕੰਪਲਾਇੰਸ ਇਸ਼ੂਜ਼ ਹੁੰਦੇ ਆ ਕਿ ਉਹ ਕਿਵੇਂ ਕੰਪਲਾਇੰਸ 'ਚ ਰਹਿਣਾ ਆ, ਉਹ ਵੀ ਜਿਹੜਾ ਆ ਇੱਥੇ ਸਿਖਾਇਆ ਜਾਊਗਾ। ਉਸ ਤੋਂ ਬਾਅਦ ਫਟੀਗ ਵੈਲਨੈਸ ਅਤੇ ਅਵੇਅਰਨੈਸ। ਫਟੀਗ ਅਤੇ ਵੈਲਨੈਸ ਅਵੇਅਰਨੈਸ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਤੁਸੀਂ ਕਦੋਂ ਥਕਾਵਟ ਤੁਹਾਨੂੰ ਹੋ ਰਹੀ ਆ, ਤੁਸੀਂ ਕਦੋਂ ਥਕਾਵਟ ਮਹਿਸੂਸ ਕਰਦੇ ਆ, ਜੇ ਥਕਾਵਟ ਮਹਿਸੂਸ ਕਰਦੇ ਆ ਅਤੇ ਉਸ ਟਾਈਮ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ। ਪਤਾ ਸਾਨੂੰ ਸਾਰਿਆਂ ਨੂੰ ਹੁੰਦਾ, ਲੇਕਿਨ ਇੱਕ ਵਾਰੀ ਝੰਜੋੜਨਾ, ਇੱਕ ਵਾਰੀ ਸਿਖਾਉਣਾ, ਇੱਕ ਵਾਰੀ ਦੱਸਣਾ ਜਿਹੜਾ ਉਹ ਜ਼ਰੂਰੀ ਬਣ ਜਾਂਦਾ। ਉਸ ਤੋਂ ਬਾਅਦ ਜਿਹੜਾ ਨੈਕਸਟ ਹੈਗਾ ਜੀ ਉਹ ਹੈਗਾ ਬੇਸਿਕ ਕੰਟਰੋਲਸ ਜਿਹੜੇ ਹੈਗੇ ਆ ਉਹਦੇ ਬਾਰੇ 'ਤੇ ਦੱਸਿਆ ਜਾਊਗਾ। ਇਹ ਵੀ ਜਦੋਂ ਇਹ ਸ਼ੁਰੂ ਹੋਊਗਾ ਇਹਦੇ ਵਿੱਚ ਪਤਾ ਲੱਗੂਗਾ ਕਿ ਇਸ ਏਰੀਏ ਦੇ ਵਿੱਚ ਕਿਹੜੇ ਬੇਸਿਕ ਕੰਟਰੋਲਸ ਦੀ ਗੱਲ ਕੀਤੀ ਜਾ ਰਹੀ ਆ। ਉਸ ਤੋਂ ਅੱਗੇ ਜਿਹੜਾ ਡਿਸਟਰੈਕਟਿਡ ਡਰਾਈਵਿੰਗ, ਇਹ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਇੰਪੋਰਟੈਂਟ ਹੈਗਾ ਡਿਸਟਰੈਕਟਿਡ ਡਰਾਈਵਿੰਗ, ਕਿਉਂਕਿ ਜਿਹੜੇ ਕੋਈ ਫੋਨ ਯੂਜ਼ ਕਰਦਾ ਹੈਗਾ, ਜਿਹੜਾ YouTube ਵੀਡੀਓਜ਼ ਦੇਖਦੇ ਆ, ਟਿਕਟੋਕ ਵੀਡੀਓਜ਼ ਬਣਾਉਂਦੇ ਆ, ਅਸੀਂ ਕਈ ਵਾਰੀ ਵੀਡੀਓਜ਼ ਵੀ ਦੇਖੀ ਦੀਆਂ ਆ, ਉਹਦੇ ਵਿੱਚ ਜਿਹੜਾ ਕੰਮ ਜਿਹੜਾ ਕੀਤਾ ਜਾਂਦਾ ਹੈਗਾ ਉਹ ਬਹੁਤ ਜ਼ਿਆਦਾ ਗਲਤ ਹੈਗਾ। ਸੋ ਇਸ ਚੀਜ਼ ਦੇ ਬਾਰੇ ਦੇ ਵਿੱਚ ਸਕੂਲਾਂ ਦੇ ਵਿੱਚ ਹੋ ਸਕਦਾ ਪਹਿਲਾਂ ਵੀ ਅਗਾਹ ਕੀਤਾ ਜਾਂਦਾ ਹੋਵੇ, ਸਮਝਾਇਆ ਜਾਂਦਾ ਹੋਵੇ, ਲੇਕਿਨ ਹੁਣ ਇਹ ਇੱਕ ਪਾਰਟ ਆਫ ਦਾ ਤੁਹਾਡਾ ਸਿਲੇਬਸ ਬਣ ਗਿਆ ਹੈਗਾ, ਪਾਰਟ ਆਫ ਕਰਿਕੂਲਮ ਬਣ ਗਿਆ ਹੈਗਾ। ਇਸ ਤੋਂ ਅਗਲਾ ਜਿਹੜਾ ਹਿੱਸਾ ਹੈਗਾ ਉਹ ਮੇਰਾ ਬਹੁਤ ਇੰਪੋਰਟੈਂਟ ਹਿੱਸਾ ਲੱਗਦਾ ਹੈਗਾ ਕਿ ਟ੍ਰਿਪ ਪਲੈਨਿੰਗ। ਟ੍ਰਿਪ ਪਲੈਨਿੰਗ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਹੈਗੀ ਹੈ ਟਰੱਕਿੰਗ ਦੇ ਵਿੱਚ। ਜੇ ਤੁਸੀਂ ਟ੍ਰਿਪ ਪਲੈਨਿੰਗ ਕਰਕੇ ਨਹੀਂ ਤੁਰਦੇ ਹੈਗੇ ਤਾਂ ਤੁਸੀਂ ਕਿਤੇ ਨਾ ਕਿਤੇ ਜਾ ਕੇ ਧੋਖਾ ਖਾਂਦੇ ਆ ਰੋਡ ਦੇ ਉੱਤੇ। ਟ੍ਰਿਪ ਪਲੈਨਿੰਗ ਜਿਹੜੀ ਆ ਬਹੁਤ ਜ਼ਰੂਰੀ ਹੈਗੀ ਆ ਕਿ ਤੁਸੀਂ ਅੱਜ ਕਿੱਥੋਂ ਚੱਲਣਾ, ਕਿੱਥੇ ਜਾਣਾ, ਕਿੱਥੇ ਖੜਨਾ, ਕੀ ਕਰਨਾ, ਉਹ ਚੀਜ਼ਾਂ ਸਾਰੀਆਂ, ਤੁਸੀਂ ਕਦੋਂ ਕਿੱਥੇ ਪਹੁੰਚੋਗੇ। ਹਾਲਾਂਕਿ ਇਹ ਵੀ ਗੱਲ ਮੰਨਣਯੋਗ ਹੈ ਕਿ ਟਰੱਕਿੰਗ ਦੇ ਵਿੱਚ ਕੁਛ ਵੀ ਜਿਹੜਾ ਸੈਡ ਐਂਡ ਡਨ ਨਹੀਂ ਹੁੰਦਾ, ਕਿ 8 to 5 ਵਾਲਾ ਕੰਮ ਨਹੀਂ ਹੈਗਾ ਇਹ। ਪਰ ਟ੍ਰਿਪ ਪਲੈਨਿੰਗ ਦਾ ਮਤਲਬ ਹੈਗਾ ਕਿ ਤੁਸੀਂ ਆਪਣੇ ਜਿਹੜੇ ਫ੍ਰੀਵੇ ਚੁਣਨੇ, ਆਪਣੇ ਜਿਹੜੇ ਚੀਜ਼ਾਂ ਚੁਣਨੀਆਂ ਜਿਹੜੀਆਂ ਕਿ ਤੁਸੀਂ ਸੋਚ ਕੇ ਚੱਲਣਾ ਕਿ ਮੈਂ ਆਹ ਕਰਨਾ ਆ, ਉਹ ਚੀਜ਼ਾਂ ਜਿਹੜੀਆਂ ਸਾਰੀਆਂ ਟ੍ਰਿਪ ਪਲੈਨਿੰਗ ਦੇ ਵਿੱਚ ਆਉਂਦੀਆਂ। ਬਹੁਤ ਇੰਪੋਰਟੈਂਟ ਵਿਸ਼ਾ ਹੈਗਾ।
ਔਰ ਇਹਦੇ ਉੱਤੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੁੰਦਾ। ਸੋ ਇਸ ਕਰਕੇ ਬੜਾ ਵਧੀਆ ਗੱਲ ਹੈਗੀ ਕਿ ਇਹ ਆਉਣ ਵਾਲੇ ਸਿਲੇਬਸ ਦੇ ਵਿੱਚ ਹੈਗਾ। ਉਸ ਤੋਂ ਬਾਅਦ ਜਿਹੜਾ ਰੋਡ ਸਾਈਡ ਇਨਸਪੈਕਸ਼ਨਸ ਹੈਗੀਆਂ, ਰੋਡ ਸਾਈਡ ਇਨਸਪੈਕਸ਼ਨ ਦੇ ਬਾਰੇ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਸਿਖਾਇਆ ਜਾਊਗਾ ਕਿ ਰੋਡ ਸਾਈਡ ਇਨਸਪੈਕਸ਼ਨ ਜਦੋਂ ਹੁੰਦੀ ਆ ਤੇ ਉਦੋਂ ਕੀ ਰਿਕੁਆਇਰਮੈਂਟ ਹੁੰਦੀ ਆ, ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਪੁੱਛੀਆਂ ਜਾਂਦੀਆਂ, ਜਾਂ ਕਿਸ ਤਰ੍ਹਾਂ ਤੁਸੀਂ ਉੱਥੇ ਬਿਹੇਵ ਕਰਨਾ, ਕਿਸ ਤਰ੍ਹਾਂ ਤੁਸੀਂ ਉੱਥੇ ਰੋਡ ਸਾਈਡ ਇੰਸਪੈਕਟਰ ਨੂੰ ਕਿੱਦਾਂ ਡੀਲ ਕਰਨਾ ਹੈ, ਕਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਕੀਤੀਆਂ ਜਾਂਦੀਆਂ ਤੇ ਕਰਵਾਈਆਂ ਜਾਂਦੀਆਂ। ਉਸ ਤੋਂ ਬਾਅਦ ਅਗਲਾ ਜਿਹੜਾ ਏਰੀਆ ਹੈਗਾ ਉਹ ਮੈਡੀਕਲ ਰਿਕੁਆਇਰਮੈਂਟਸ ਆ। ਮੈਡੀਕਲ ਰਿਕੁਆਇਰਮੈਂਟਸ ਦਾ ਏਰੀਆ ਵੀ ਜਿਹੜਾ ਹੈਗਾ ਉਹ ਇੰਪੋਰਟੈਂਟ ਹੈਗਾ। ਇੰਪੋਰਟੈਂਟ ਤਾਂ ਦੇਖੋ ਜੀ ਹਰ ਇੱਕ ਏਰੀਆ ਹੈਗਾ, ਕੋਈ ਐਸਾ ਏਰੀਆ ਨਹੀਂ ਜਿਹੜਾ ਕਿ ਨਹੀਂ ਇੰਪੋਰਟੈਂਟ ਹੈਗਾ, ਪਰ ਮੈਡੀਕਲ ਰਿਕੁਆਇਰਮੈਂਟ ਦਾ ਹੈਗਾ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਮੈਡੀਕਲ ਰਿਕੁਆਇਰਮੈਂਟਸ ਹੈਗੀਆਂ, ਕਿਉਂਕਿ ਤੁਹਾਡਾ ਮੈਡੀਕਲ ਕਾਰਡ ਹੁੰਦਾ, ਕਈ ਕੁਛ ਹੁੰਦਾ। ਸੋ ਉਹਦੇ ਵਿੱਚ ਤੁਹਾਨੂੰ ਜਿਹੜਾ ਆ ਇਸ ਏਰੀਏ ਤੋਂ ਵੀ ਜਾਣੂ ਕਰਵਾਇਆ ਜਾਏਗਾ ਕਿ ਇਹ ਕਿਉਂ ਇੰਪੋਰਟੈਂਟ ਹੈਗਾ ਤੁਹਾਡੇ ਲਈ, ਤੇ ਕਿਹੜੀਆਂ ਮੈਡੀਕਲ ਕੰਡੀਸ਼ਨਸ ਹੋ ਸਕਦੀਆਂ ਜਿਹਦੇ ਕਰਕੇ ਕਿ ਤੁਹਾਡਾ ਲਾਇਸੈਂਸ ਜਾ ਸਕਦਾ ਆ। ਸੋ ਇਸ ਏਰੀਏ ਦੇ ਵਿੱਚ ਤੁਹਾਨੂੰ ਇਸ ਚੀਜ਼ ਨਾਲ ਜਾਣੂ ਕਰਵਾਇਆ ਜਾਊਗਾ। ਸੋ ਹੁਣ ਇੱਥੇ ਆਪਣਾ ਬ੍ਰੇਕ ਲੈਣ ਦਾ ਇੱਕ ਸਮਾਂ ਹੋ ਗਿਆ, ਤੇ ਤੁਸੀਂ ਜੇ ਇਹ ਪ੍ਰੋਗਰਾਮ ਅਜੇ ਤੱਕ ਸ਼ੇਅਰ ਨਹੀਂ ਕੀਤਾ ਆਪਣੇ ਫਰੈਂਡਸ ਐਂਡ ਫੈਮਿਲੀ ਨਾਲ, ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ, ਤੇ ਜਿਨ੍ਹਾਂ ਨੇ ਸ਼ੇਅਰ ਕੀਤਾ ਉਹਨਾਂ ਦਾ ਬਹੁਤ ਧੰਨਵਾਦ। ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। Low discounts, fuel, tires, dispatching services, ELDs, factoring, workers' compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਸਵਾਗਤ ਹੈ ਜੀ ਤੁਹਾਡਾ ਫਿਰ ਤੋਂ ਬ੍ਰੇਕ ਤੋਂ ਬਾਅਦ। ਤੇ ਜਿਵੇਂ ਕਿ ਆਪਣੀ ਗੱਲਬਾਤ ਚੱਲ ਰਹੀ ਸੀਗੀ ਕਿ ਜਿਹੜਾ ELDT ਦਾ ਰੂਲ ਹੈਗਾ ਉਹਦੇ 'ਚ 30 ਤੋਂ ਵੱਧ ਏਰੀਆਜ਼ ਦੇ ਉੱਤੇ ਜਿਹੜੀ ਆ ਡੀਟੇਲ 'ਚ ਗੱਲਬਾਤ ਹੋਣੀ ਆ। ਤਾਂ ਆਪਾਂ ਇੱਕ ਏਰੀਏ ਦੀ ਗੱਲਬਾਤ ਕਰ ਰਹੇ ਹਾਂ, ਉਹਦੇ ਵਿੱਚ ਕੀ ਹੋਣਾ, ਤੇ ਇਸੇ ਸਿਲਸਿਲੇ ਨੂੰ ਅੱਗੇ ਜਾਰੀ ਰੱਖਦੇ ਹਾਂ, ਕਿਉਂਕਿ ਆਪਾਂ ਪਹਿਲਾਂ ਹੀ ਇੱਕ ਪ੍ਰੋਗਰਾਮ ਫੁੱਲ ਰਿਕਾਰਡ ਕਰ ਚੁੱਕੇ ਹਾਂ ਤੇ ਇੱਕ 10 ਮਿੰਟ ਦਾ ਆਪਾਂ ਸੈਗਮੈਂਟ ਹੋਰ ਰਿਕਾਰਡ ਕਰ ਲਿਆ, ਤੇ ਹੁਣ ਆਪਣੇ ਕੋਲ ਸਿਰਫ 10 ਮਿੰਟ ਬਚੇ ਆ। ਉਹਦੇ ਵਿੱਚ ਆਪਾਂ ਕਾਫੀ ਕੁਛ ਕਵਰ ਕਰਨਾ ਹੈਗਾ। ਫਿਰ ਮੈਂ ਕਹੂੰਗਾ ਕਿ ਮੈਂ ਕਾਹਲੀ ਨਹੀਂ ਕਰਨੀ, ਜੇ ਆਪਾਂ ਨੂੰ ਲੱਗਾ ਕਿ ਆਪਾਂ ਨਹੀਂ ਕਵਰ ਕਰ ਸਕਦੇ ਫਿਰ ਆਪਾਂ ਤੀਜਾ ਐਪੀਸੋਡ ਵੀ ਰਿਕਾਰਡ ਕਰ ਲਾਂਗੇ, ਕਿਉਂਕਿ ਆਪਾਂ ਕਿਹੜੇ ਕਿਸੇ ਨੂੰ ਜਵਾਬ ਦੇਣਾ ਆ, ਆਪਾਂ ਜਿੰਨੇ ਮਰਜ਼ੀ ਐਪੀਸੋਡ ਰਿਕਾਰਡ ਕਰ ਲਈਏ। ਸੋ ਇਸ ਤੋਂ ਅੱਗੇ ਚੱਲੀਏ ਜੀ, ਐਕਸਟ੍ਰੀਮ ਡਰਾਈਵਿੰਗ ਕੰਡੀਸ਼ਨ। ਸੋ ਜਿਹੜੀ ਐਕਸਟ੍ਰੀਮ ਡਰਾਈਵਿੰਗ ਕੰਡੀਸ਼ਨ ਹੈਗੀ ਆ ਉਹਦੇ ਵਿੱਚ ਵੀ ਤੁਹਾਨੂੰ ਸਕੂਲ ਦੇ ਵਿੱਚ ਜਿਹੜੀ ਆ ਟ੍ਰੇਨਿੰਗ ਦਿੱਤੀ ਜਾਣੀ ਲਾਜ਼ਮੀ ਕਰ ਦਿੱਤੀ ਗਈ ਆ, ਕਿਉਂਕਿ ਅੱਗੇ ਸ਼ਾਇਦ ਹੋ ਸਕਦਾ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਛੁੱਟ ਜਾਂਦੀਆਂ ਸੀਗੀਆਂ, ਰਹਿ ਜਾਂਦੀਆਂ ਸੀਗੀਆਂ। ਇਸ ਤੋਂ ਬਾਅਦ ਜਿਹੜਾ ਅਗਲਾ ਹੈਗਾ ਉਹ ਬੜਾ ਇੰਪੋਰਟੈਂਟ ਹੈਗਾ, ਵਿਸਲ ਬਲੋਅਰ ਕੁਰੇਸ਼ਨ ਜਿਹੜਾ ਹੈਗਾ ਉਹਦੇ ਉੱਤੇ ਧਿਆਨ ਦਿੱਤਾ ਗਿਆ। ਵਿਸਲ ਬਲੋਅਰ ਮਤਲਬ ਕਿ ਜੇ ਤੁਸੀਂ ਕਿਤੇ ਕੋਈ ਗਲਤੀ ਦੇਖਦੇ ਆ ਕਿਸੇ ਕੰਪਨੀ ਜਿੱਥੇ ਤੁਸੀਂ ਕੰਮ ਕਰਦੇ ਆ, ਜਿੱਥੇ ਕਿ ਤੁਹਾਡੇ ਕੋਲੋਂ ਨਜਾਇਜ਼ ਕੰਮ ਕਰਵਾਇਆ ਜਾਂਦਾ ਆ, ਜਾਂ ਤੁਹਾਡੇ ਕੋਲੋਂ ਕੋਈ ELD 'ਚ ਗਲਤੀ ਕਰਵਾਈ, ਕੁਛ ਵੀ ਤੁਹਾਡੇ ਕੋਲੋਂ ਮਤਲਬ ਕਿ ਮਜਬੂਰੀ ਵਸ ਕਰਵਾਇਆ ਜਾਂਦਾ ਆ, ਉਹ ਤੁਸੀਂ ਕਿਵੇਂ ਰਿਪੋਰਟ ਕਰਨਾ ਗਵਰਨਮੈਂਟ ਨੂੰ, ਕਿਵੇਂ ਦੱਸਣਾ ਹੈਗਾ ਕਿ ਜੇ ਤੁਹਾਡੀ ਕੰਪਨੀ ਦੇ ਵਿੱਚ ਕੋਈ ਇੱਦਾਂ ਦਾ ਘਪਲਾ ਚੱਲ ਰਿਹਾ ਹੈਗਾ। ਸੋ ਉਹਦੇ ਬਾਰੇ ਦੇ ਵਿੱਚ ਜਿਹੜਾ ਵਿਸਲ ਬਲੋਅਰ ਪ੍ਰੋਗਰਾਮ ਹੈਗਾ ਉਹਦੇ ਬਾਰੇ ਦੇ ਵਿੱਚ ਵੀ ਤੁਹਾਨੂੰ ਟ੍ਰੇਨਿੰਗ ਜਿਹੜੀ ਆ ਸਕੂਲ 'ਚ ਦਿੱਤੀ ਜਾਣੀ ਲਾਜ਼ਮੀ ਕਰ ਦਿੱਤੀ ਗਈ ਆ। ਇਹ ਬਹੁਤ ਜ਼ਰੂਰੀ ਸੀਗਾ। ਐਕਸਟਰਨਲ ਕਮਿਊਨੀਕੇਸ਼ਨਸ ਜਿਹੜੀਆਂ ਬਾਹਰ ਗੱਲਬਾਤ ਕਰਨੀ ਹੈਗੀ ਆ, ਸ਼ਾਇਦ ਇਹ ਹੋ ਸਕਦਾ ਲੋਡ ਦੇ ਏਰੀਏ ਦੇ ਵਿੱਚ ਗੱਲਬਾਤ ਹੋਵੇ ਜਾਂ ਕਿਸ ਤਰ੍ਹਾਂ ਦੀ ਹੋਊਗੀ, ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਥੋੜ੍ਹੀ ਕਲੈਰਿਟੀ ਮਿਲੂਗੀ ਐਕਸਟਰਨਲ ਕਮਿਊਨੀਕੇਸ਼ਨ ਦੇ ਵਿੱਚ ਕੀ ਕਵਰ ਕਰਨਗੇ। ਉਸ ਤੋਂ ਬਾਅਦ ਜਿਹੜਾ ਬੈਕਿੰਗ ਤੇ ਡੌਕਿੰਗ, ਇਹ ਬੈਕਿੰਗ ਤੇ ਡੌਕਿੰਗ ਦਾ ਪਹਿਲਾਂ ਬੈਕਿੰਗ ਦਾ ਕੰਮ ਤਾਂ ਸੀਗਾ, ਡੌਕਿੰਗ ਦਾ ਕੰਮ ਹੈ ਨਹੀਂ ਸੀਗਾ। ਸੋ ਇਹ ਵੀ ਵਿਸ਼ੇ ਦੇ ਉੱਤੇ ਜਿਹੜੀ ਗੱਲ ਆ ਇਹ ਕੀਤੀ ਜਾਊਗੀ ਕਿ ਬੈਕਿੰਗ ਐਂਡ ਡੌਕਿੰਗ ਵਾਲਾ ਜਿਹੜਾ ਆਪਰੇਸ਼ਨ ਹੈਗਾ ਉਹਨੂੰ ਕਿਵੇਂ ਕਰਨਾ ਹੈਗਾ। ਨਾਈਟ ਆਪਰੇਸ਼ਨ, ਇਹ ਜਿਹੜਾ ਨੈਕਸਟ ਵਿਸ਼ਾ ਹੈਗਾ ਨਾਈਟ ਆਪਰੇਸ਼ਨ, ਕਿ ਰਾਤ ਨੂੰ ਜੇ ਤੁਸੀਂ ਕਰਨਾ ਹੈਗਾ ਕੰਮ ਤੇ ਉਹਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣ ਦੀ ਜ਼ਰੂਰਤ ਹੈਗੀ ਆ, ਇਹਦੇ ਉੱਤੇ ਵੀ ਤੁਹਾਨੂੰ ਸਕੂਲ ਦੇ ਵਿੱਚ ਦੱਸਿਆ ਜਾਣਾ ਲਾਜ਼ਮੀ ਕਰ ਦਿੱਤਾ ਗਿਆ।
ਉਸ ਤੋਂ ਬਾਅਦ ਹੈਜ਼ਰਡਸ ਪਰਸੈਪਸ਼ਨ ਜਿਹੜੀ ਹੈਗੀ ਆ, ਹੈਜ਼ਰਡ ਪਰਸੈਪਸ਼ਨ ਹੈਗੀ ਆ ਕਿ ਇਹ ਵੀ ਜਿਹੜਾ ਥੋੜ੍ਹਾ ਜਿਹਾ ਗ੍ਰੇ ਏਰੀਆ ਹੈਗਾ, ਇਹਦੇ 'ਚ ਵੀ ਮੈਂ ਨਹੀਂ ਕਹੂੰਗਾ ਕਿ ਮੈਨੂੰ ਪਤਾ ਹੈਗਾ ਕਿ ਕੀ ਹੋਊਗਾ ਇਸ ਸੈਕਸ਼ਨ ਦੇ ਵਿੱਚ, ਪਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਉਸ ਤੋਂ ਬਾਅਦ ਸਕਿਡ ਕੰਟਰੋਲ ਤੇ ਰਿਕਵਰੀ, ਇਹ ਬੜਾ ਇੰਪੋਰਟੈਂਟ ਵਿਸ਼ਾ ਹੈਗਾ ਕਿਉਂਕਿ ਜਿਹੜੀ ਸਨੋ ਦੇ ਵਿੱਚ ਜਦੋਂ ਕਿਤੇ ਟਰੱਕ ਚਲਾਉਣਾ ਹੈਗਾ, ਸਨੋ ਦੇ ਵਿੱਚ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਜਾਂ ਤੁਸੀਂ ਗਏ, ਤੇ ਉਦੋਂ ਜਿਹੜਾ ਸਕਿਡ ਕੰਟਰੋਲ ਕਿਵੇਂ ਕਰੀਦਾ, ਜੇ ਟਰੱਕ ਤੁਹਾਡਾ ਤਿਲਕ ਗਿਆ ਤੇ ਉਹਨੂੰ ਕੰਟਰੋਲ ਕਿਵੇਂ ਕਰਨਾ ਆ, ਤੇ ਜੇ ਤੁਸੀਂ ਤਿਲਕ ਕੇ ਟੋਏ 'ਚ ਜਾ ਡਿੱਗੇ ਤੇ ਫਿਰ ਰਿਕਵਰੀ ਦਾ ਸਿਸਟਮ ਜਿਹੜਾ ਉਹ ਕੀ ਹੋਣਾ ਚਾਹੀਦਾ। ਸੋ ਇਹਦੇ ਉੱਤੇ ਗੱਲ ਵੀ ਹੋਏਗੀ ਸਕੂਲ ਦੇ ਵਿੱਚ, ਇਹ ਵੀ ਲਾਜ਼ਮੀ ਕਰ ਦਿੱਤਾ ਗਿਆ। ਇਹ ਬੜੀ ਵਧੀਆ ਵਿਸ਼ਾ ਹੈਗਾ ਕਿ ਜਿਹਦੇ ਵਿੱਚ ਤੁਹਾਨੂੰ ਜਾਣਨ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ, ਜਿੱਥੇ ਕਿ ਮੇਰੇ ਖਿਆਲ ਦੇ ਵਿੱਚ ਹੁਣ ਜਿਹੜੇ ਕਰੰਟ ਸਿਸਟਮ ਦੇ ਵਿੱਚ ਇਹਦੇ ਬਾਰੇ ਦੇ ਵਿੱਚ ਬਹੁਤ ਘੱਟ ਗੱਲਬਾਤ ਹੁੰਦੀ ਹੈਗੀ ਆ। ਤੇ ਅਗਲਾ ਜਿਹੜਾ ਵਿਸ਼ਾ ਚੁਣਿਆ ਗਿਆ ਹੈਗਾ ਉਹ ਹੈਗਾ ਜੀ ਕਪਲਿੰਗ ਤੇ ਅਨਕਪਲਿੰਗ, ਜਿਹੜਾ ਟਰੱਕ ਟ੍ਰੇਲਰ ਨੂੰ ਜੋੜਨਾ ਤੇ ਉਹਨੂੰ ਅੱਡ ਕਰਨਾ। ਕਪਲਿੰਗ ਤੇ ਅਨਕਪਲਿੰਗ ਹੋ ਸਕਦਾ ਇਹ ਸਿਖਾਈ ਜਾਂਦੀ ਹੋਵੇ, ਪਰ ਮੈਨੂੰ ਨਹੀਂ ਲੱਗਦਾ, ਪਰ ਇਹ ਜਿਹੜੀ ਆ ਇਹ ਹੁਣ ਲਾਜ਼ਮੀ ਕੀਤੀ ਗਈ ਆ। ਅਗਲਾ ਜਿਹੜਾ ਵਿਸ਼ਾ ਆ, ਅਗਲਾ ਜਿਹੜਾ ਏਰੀਆ ਚੁਣਿਆ ਗਿਆ ਉਹ ਹੈਗਾ ਆਇਡੈਂਟੀਫਿਕੇਸ਼ਨ ਐਂਡ ਡਾਇਗਨੋਸਿਸ ਆਫ ਮੈਲਫੰਕਸ਼ਨਸ। ਜੇ ਤੁਹਾਡਾ ਟਰੱਕ ਟ੍ਰੇਲਰ ਕਿਸੇ ਵੀ ਚੀਜ਼ ਦਾ ਮੈਲਫੰਕਸ਼ਨ ਕਰਦਾ ਹੈਗਾ ਤੇ ਉਹਦੇ ਵਿੱਚ ਜਿਹੜੀ ਆ ਉਹਨੂੰ ਆਇਡੈਂਟੀਫਾਈ ਕਰਨਾ ਤੇ ਉਹਨੂੰ ਡਾਇਗਨੋਸ ਕਰਨਾ ਕਿ ਕਿਉਂ ਇਹ ਮੈਲਫੰਕਸ਼ਨ ਕਰ ਰਿਹਾ ਹੈਗਾ, ਉਹ ਵੀ ਜਿਹੜਾ ਇੱਕ ਵਿਸ਼ਾ ਰੱਖਿਆ ਗਿਆ ਜਿੱਥੇ ਸਿਖਲਾਈ ਦਿੱਤੀ ਜਾਊਗੀ। ਇਹਦੀ ਡੀਟੇਲ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਦੀ ਰਹੂਗੀ ਕਿ ਕੀ ਕਰਨਾ ਇਹਦੇ ਵਿੱਚ। ਸ਼ਿਫਟਿੰਗ ਤੇ ਆਪਰੇਟਿੰਗ ਟਰਾਂਸਮਿਸ਼ਨਸ, ਇਹ ਵਿਸ਼ਾ ਇੱਕ ਰੱਖਿਆ ਹੈਗਾ ਜਿਸ 'ਚ ਕਿ ਸ਼ਿਫਟਿੰਗ ਤੇ ਆਪਰੇਟਿੰਗ ਟਰਾਂਸਮਿਸ਼ਨਸ ਹੈਗਾ। ਮੈਨੂੰ ਨਹੀਂ ਲੱਗਦਾ ਕਿ ਕਿਉਂ ਰੱਖਿਆ ਗਿਆ, ਕਿਉਂਕਿ ਸਾਰੇ ਆਟੋਮੈਟਿਕ ਟਰਾਂਸਮਿਸ਼ਨਸ ਹੈਗੇ ਆ ਤੇ ਇਸ ਕਰਕੇ ਇਹਨਾਂ ਦੇ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਇੱਦਾਂ ਦਾ ਹੋਊਗਾ ਕਿ ਜਿੱਥੇ ਸ਼ਿਫਟਿੰਗ ਤੇ ਆਪਰੇਟਿੰਗ ਟਰਾਂਸਮਿਸ਼ਨਸ ਰਹਿ ਜਾਂਦਾ, ਪਰ ਡੈਫੀਨੇਟਲੀ ਸ਼ਿਫਟਿੰਗ ਤਾਂ ਹੁੰਦੀ ਆ। ਸੋ ਆਟੋਮੈਟਿਕ ਦੇ ਵਿੱਚ ਵੀ ਸ਼ਿਫਟਿੰਗ ਦੇ ਵਿੱਚ ਧਿਆਨ ਰੱਖਣਾ ਪੈਣਾ, ਹੋ ਸਕਦਾ ਇਹੋ ਹੀ ਚੀਜ਼ ਬਾਰੇ ਇਹਦੇ ਵਿੱਚ ਗੱਲ ਕਰਨ। ਤੇ ਇਸ ਤੋਂ ਅੱਗੇ ਆ ਜਾਂਦੀ ਜੋ ਡਰੱਗ ਐਂਡ ਅਲਕੋਹਲ, ਬਹੁਤ ਵੱਡਾ ਵਿਸ਼ਾ ਆ, ਬਹੁਤ ਵੱਡਾ ਏਰੀਆ ਆ, ਇਹਦੇ ਤੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਡਰੱਗ ਐਂਡ ਅਲਕੋਹਲ ਦੇ ਉੱਤੇ ਆਪਾਂ ਇੱਕ ਵਾਰੀ ਪੂਰਾ ਫੁੱਲ ਪ੍ਰੋਗਰਾਮ ਕਰਾਂਗੇ। ਡਰੱਗ ਐਂਡ ਅਲਕੋਹਲ ਕੀ ਹੈ ਤੇ ਇਹਦੇ ਕੀ ਸਿੱਟੇ ਨਿਕਲ ਸਕਦੇ ਨੇ ਜੇ ਤੁਸੀਂ ਇਹਦੇ ਵਿੱਚ ਪੋਜ਼ੀਟਿਵ ਆਉਂਦੇ ਆ, ਇਹਦੇ ਬਾਰੇ ਦੇ ਵਿੱਚ ਵੀ ਆਪਾਂ ਇੱਕ ਫੁੱਲ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਪਰ ਇਹ ਵੀ ਇੱਕ ਵਿਸ਼ਾ ਜਿਹੜਾ ਲਾਜ਼ਮੀ ਕਰ ਦਿੱਤਾ ਗਿਆ ਕਿ ਜਿਹਦੇ ਲਈ ਇਹ ਤੁਹਾਨੂੰ ਸਕੂਲ ਦੇ ਵਿੱਚ ਸਿਖਲਾਈ ਜਿਹੜੀ ਆ ਦੇਣੀ ਪਊਗੀ। ਇਸ ਸਿਲਸਿਲੇ ਦੇ ਵਿੱਚ ਕੋਈ ਮਿਨੀਮਮ ਨੰਬਰ ਆਫ ਆਵਰਸ ਨਹੀਂ ਰੱਖੇ ਕਿ ਡਰਾਈਵਰ ਟ੍ਰੇਨੀ ਕਿਹੜੇ ਕਿੰਨਾ ਟਾਈਮ ਸਪੈਂਡ ਕਰਦੇ ਆ ਥਿਊਰੀ ਪੋਰਸ਼ਨ ਦੇ ਉੱਤੇ, ਪਰ ਉਹਨਾਂ ਨੂੰ CDL ਟੈਸਟ ਲੈਣ ਵੇਲੇ 80% ਜਾਂ ਉਸ ਤੋਂ ਉੱਤੇ ਦੀ ਜਿਹੜੀ ਸਕੋਰ ਆ ਉਹ ਲੈਣਾ ਪਊਗਾ। ਜਿਹੜਾ ਇਲੈਕਟ੍ਰੋਨਿਕ ਅਸੈਸਮੈਂਟ ਆਫ ਥਿਊਰੀ ਕਰਿਕੂਲਮ ਹੈਗਾ, ਜਿਹੜਾ ਇਹ ਸਿਲੇਬਸ ਹੈਗਾ ਥਿਊਰੀ ਹੈਗੀ ਆ, ਇਹਦੇ ਇਲੈਕਟ੍ਰੋਨਿਕ ਅਸੈਸਮੈਂਟ ਦੇ ਵਿੱਚ 80% ਤੋਂ ਵੱਧ ਜਿਹੜੇ ਨੰਬਰ ਆ ਉਹ ਲਿਆਉਣੇ ਲਾਜ਼ਮੀ ਹੋ ਗਏ ਆ। ਸੋ ਇਹ ਤੋਂ ਅੱਗੇ ਜਿਹੜਾ ਹੈਗਾ ਕਿ ELDT ਬਿਹਾਈਂਡ ਦਾ ਵੀਲ ਪੋਰਸ਼ਨ, ਇਸ ਤੋਂ ਅਗਲਾ ਜਿਹੜਾ ਪੋਰਸ਼ਨ ਹੈਗਾ ਆ ਉਹ ਹੈਗਾ ਬਿਹਾਈਂਡ ਦਾ ਵੀਲ ਪੋਰਸ਼ਨ, ਕਿ ਜਿਹੜਾ ਤੁਸੀਂ ਜਿਹੜਾ ਮਤਲਬ ਕਿ ਰੇਂਜ ਦੇ ਵਿੱਚ ਜਾਂ ਯਾਰਡ ਦੇ ਵਿੱਚ ਚਲਾਉਣਾ ਹੈਗਾ, ਤੇ ਨਾਲ ਦੇ ਨਾਲ ਉਹਦਾ ਦੂਜਾ ਸੈਕਸ਼ਨ ਹੈਗਾ ਜਿਹੜਾ ਪਬਲਿਕ ਰੋਡ ਦੇ ਉੱਤੇ ਟ੍ਰੇਨਿੰਗ ਦੇਣੀ ਹੈਗੀ ਆ। ਸੋ ਇਹਨੂੰ ਵੀ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ। ਇੱਕ ਤਾਂ ਤੁਹਾਡਾ ਬਿਹਾਈਂਡ ਦਾ ਵੀਲ ਕਰ ਦਿੱਤਾ ਗਿਆ ਰੇਂਜ ਦੇ ਵਿੱਚ, ਰੇਂਜ ਮਤਲਬ ਯਾਰਡ ਦੇ ਵਿੱਚ, ਤੇ ਇੱਕ ਬਿਹਾਈਂਡ ਦਾ ਵੀਲ ਕਰ ਦਿੱਤਾ ਗਿਆ ਪਬਲਿਕ ਰੋਡ ਟ੍ਰੇਨਿੰਗ ਦੇ ਵਿੱਚ। ਸੋ ਇਹਨਾਂ ਦੋਨੋਂ ਏਰੀਏ ਦੇ ਵਿੱਚ ਜਿਹੜੀ ਆ ਕੋਈ ਮਿਨੀਮਮ ਆਵਰਸ ਨਹੀਂ ਰੱਖੇ ਗਏ ਵੀ ਕਿੰਨੇ ਆਵਰਸ ਤੁਹਾਨੂੰ ਮਿਨੀਮਮ ਹੈਗੇ ਆ, ਬਟ ਜਿੰਨੇ ਵੀ ਆਵਰਸ ਤੁਸੀਂ ਇਸ ਸੈਗਮੈਂਟ ਦੇ ਵਿੱਚ ਲਾਉਣੇ ਹੈਗੇ ਆ ਉਹਨਾਂ ਦੇ ਉਸ ਆਵਰਸ ਦਾ ਤੁਹਾਡੇ ਟਰੱਕ ਸਕੂਲ ਨੂੰ ਤੇ ਤੁਹਾਨੂੰ ਇੱਕ ਰੈਕੋਰਡ ਰੱਖਣਾ ਪੈਣਾ ਹੈਗਾ, ਰਿਕਾਰਡ ਕਰਨਾ ਪੈਣਾ ਹੈ ਕਿ ਕਿੰਨੇ ਘੰਟੇ ਤੁਸੀਂ ਬਿਹਾਈਂਡ ਦਾ ਵੀਲ ਇਨ ਦਾ ਯਾਰਡ ਬਿਤਾਏ ਆ ਤੇ ਕਿੰਨੇ ਘੰਟੇ ਤੇ ਬਿਹਾਈਂਡ ਦਾ ਵੀਲ ਓਵਰ ਦਾ ਰੋਡ ਜਿਹੜਾ ਪਬਲਿਕ ਰੋਡ ਦੇ ਉੱਤੇ ਤੁਸੀਂ ਬਿਤਾਏ ਹੈਗੇ ਆ। ਇੱਥੇ ਵੀ ਜਿਹੜਾ ਇਹ ਦੱਸਿਆ ਗਿਆ ਹੈਗਾ ਕਿ ਜਿਹੜਾ ਇੰਸਟਰਕਟਰ ਹੈਗਾ ਉਹਦੇ ਉੱਤੇ ਡਿਪੈਂਡ ਕਰਦਾ ਹੈਗਾ ਕਿ ਉਹ ਤੁਹਾਨੂੰ ਪ੍ਰੋਫੀਸ਼ੀਐਂਸੀ ਦੇਖ ਕੇ ਤੁਹਾਡੀ ਜਿਹੜੀ ਆ ਉਹ ਅੱਗੇ ਤੁਹਾਨੂੰ ਵਧਾਊਗਾ। ਇਹ ਇੱਕ ਵੇਗ ਇੱਥੇ ਸਿਚੁਏਸ਼ਨ ਹੈਗੀ ਕਿ ਜਿਹਦੇ ਵਿੱਚ ਇਹ ਪ੍ਰੋਫੀਸ਼ੀਐਂਟ ਜਿਹੜਾ ਹੈਗਾ ਉਹ ਕੀ ਮੰਨਿਆ ਜਾਂਦਾ ਹੈ। ਸੋ ਆਪਾਂ ਗੱਲ ਕਰਾਂਗੇ ਹੁਣ ਰੇਂਜ ਟ੍ਰੇਨਿੰਗ ਦੀ। ਜਿਹੜੀ ਰੇਂਜ ਟ੍ਰੇਨਿੰਗ ਦੇ ਵਿੱਚ ਆ ਇਹ ਇੰਸਟਰਕਟਰਸ ਜਿਹੜੇ ਹੈਗੇ ਆ ਇਹ ਸਿਰਫ ਤੇ ਸਿਰਫ ਰੇਂਜ ਦੇ ਵਿੱਚ ਇਹ ਕੰਮ ਕਰ ਸਕਦੇ ਆ, ਯਾਨੀ ਕਿ ਯਾਰਡ ਦੇ ਵਿੱਚ ਇਹ ਕੰਮ ਕਰ ਸਕਦੇ ਹੈਗੇ ਆ। ਸੋ ਉਹਦੇ 'ਚ ਪ੍ਰੀ ਇੰਸਪੈਕਸ਼ਨ, ਇਨ ਰਾਊਟ ਇੰਸਪੈਕਸ਼ਨ ਤੇ ਪੋਸਟ ਟ੍ਰਿਪ ਇੰਸਪੈਕਸ਼ਨ, ਇਹ ਚੀਜ਼ ਜਿਹੜੀ ਆ ਇਹ ਯਾਰਡ ਦੇ ਵਿੱਚ ਕੀਤੀ ਜਾਣੀ ਆ। ਸੋ ਪ੍ਰੀ ਟ੍ਰਿਪ ਇੰਸਪੈਕਸ਼ਨ, ਇਨ ਰਾਊਟ ਇੰਸਪੈਕਸ਼ਨ ਤੇ ਪੋਸਟ ਟ੍ਰਿਪ ਇੰਸਪੈਕਸ਼ਨ। ਉਸ ਤੋਂ ਬਾਅਦ ਜਿਹੜੀ ਐਲੀਡਾਕ ਬੈਕਿੰਗ ਹੈਗੀ ਆ 45°/90 ਡਿਗਰੀ ਜਿਹੜੀ ਆ ਉਹ ਤੁਹਾਨੂੰ ਯਾਰਡ ਦੇ ਵਿੱਚ ਸਿਖਾਈ ਜਾਣੀ ਹੈ, ਐਲੀਡਾਕ ਬੈਕਿੰਗ। ਸੋ ਇਹ ਹੁਣ ਵੀ ਚੱਲਦੀ ਆ ਤੇ
ਫਿਰ ਵੀ ਜਿਹੜੀ ਆ ਇੱਦਾਂ ਹੀ ਚੱਲਦੀ ਰਹੇਗੀ। ਜਿਹੜੀ ਪੈਰਲਲ ਪਾਰਕਿੰਗ ਹੈਗੀ ਬਲਾਈਂਡ ਸਾਈਡ ਦੇ ਉੱਤੇ, ਉਹ ਵੀ ਤੁਹਾਨੂੰ ਯਾਰਡ ਦੇ ਵਿੱਚ ਹੀ ਉਹਦੀ ਸਿਖਲਾਈ ਲੈਣੀ ਪਊਗੀ। ਕਪਲਿੰਗ ਅਨਕਪਲਿੰਗ ਜਿਹੜੀ ਆ ਇਹ ਤੁਸੀਂ ਥਿਊਰੀ 'ਚ ਪੜ੍ਹੀ ਸੀਗੀ, ਹੁਣ ਇਹ ਤੁਸੀਂ ਯਾਰਡ ਦੇ ਵਿੱਚ ਤੁਹਾਨੂੰ ਇਹਦੀ ਟ੍ਰੇਨਿੰਗ ਲੈਣੀ ਪੈਣੀ ਆ। ਸਟ੍ਰੇਟ ਲਾਈਨ ਬੈਕਿੰਗ ਇਹ ਪਹਿਲਾਂ ਵੀ ਸੀ, ਹੁਣ ਵੀ ਆ ਸਟ੍ਰੇਟ ਲਾਈਨ ਬੈਕਿੰਗ ਜਿਹੜੀ ਆ। ਆਫਸੈਟ ਬੈਕਿੰਗ ਜਿਹੜੀ ਆ ਉਹ ਵੀ ਤੁਹਾਨੂੰ ਯਾਰਡ ਦੇ ਵਿੱਚ ਕਰਨੀ ਪਏਗੀ। ਅਤੇ ਪੈਰਲਰ ਪਾਰਕਿੰਗ ਸਾਈਡ ਜਿੱਥੇ ਤੁਸੀਂ ਦੇਖ ਸਕਦੇ ਉਸ ਸਾਈਡ ਦੀ ਪਾਰਕਿੰਗ ਵੀ ਜਿਹੜੀ ਆ ਉਹਦੀ ਟ੍ਰੇਨਿੰਗ ਤੁਹਾਨੂੰ ਉੱਥੇ ਹੀ ਰੇਂਜ ਦੇ ਵਿੱਚ ਯਾਨੀ ਕਿ ਯਾਰਡ ਦੇ ਵਿੱਚ ਲੈਣੀ ਪਏਗੀ। ਸੋ ਰੇਂਜ ਟ੍ਰੇਨਿੰਗ ਦੇ ਵਿੱਚ ਇੱਕ ਇਹ ਵੀ ਜਿਹੜਾ ਸਿਖਾਇਆ ਜਾਏਗਾ, ਜਿਹੜਾ ਪਾਰਟ ਆਮ ਤੌਰ 'ਤੇ ਨਹੀਂ ਸਿਖਾਇਆ ਜਾਂਦਾ ਸ਼ਾਇਦ, ਗੈਟ ਆਊਟ ਐਂਡ ਲੁੱਕ ਗੋਲ GOAL। ਡਰਾਈਵਰ ਟ੍ਰੇਨਿੰਗ ਜਿਹੜੇ ਹੈਗੇ ਉਹਨਾਂ ਨੂੰ ਇਹ ਚੀਜ਼ ਸਿਖਾਈ ਜਾਣੀ ਚਾਹੀਦੀ ਆ। ਅਤੇ ਹੁਣ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਕਿ ਜਿਹੜੀ ਬਿਹਾਈਂਡ ਦਾ ਵੀਲ ਪਬਲਿਕ ਰੋਡ ਟ੍ਰੇਨਿੰਗ ਹੈਗੀ ਆ, ਇਹ ਜਿਹੜੀ ਟ੍ਰੇਨਿੰਗ ਹੈਗੀ ਆ ਮਸਟ ਵੀ ਪਬਲਿਕ ਰੋਡ ਦੇ ਉੱਤੇ ਦਿੱਤੀ ਜਾਣੀ ਆ। ਸੋ ਇਹਦੇ ਵਿੱਚ ਹੈਗਾ ਕਿ ਵਹੀਕਲ ਕੰਟਰੋਲ, ਜਿਹੜੇ ਵਹੀਕਲ ਹੈਗਾ ਉਹਦਾ ਕੰਟਰੋਲ ਜਿਹੜਾ ਹੈਗਾ, ਜਿਹਦੇ ਵਿੱਚ ਕਿ ਲੈਫਟ ਟਰਨ, ਰਾਈਟ ਟਰਨ, ਲੇਨ ਚੇਂਜ, ਕਰਵਸ ਐਟ ਹਾਈਵੇ ਸਪੀਡ ਐਂਡ ਐਜ਼ ਵੈਲ ਐਜ਼ ਐਂਟਰੀ ਐਂਡ ਐਗਜ਼ਿਟ ਔਨ ਦਾ ਇੰਟਰਸਟੇਟ ਕੰਟਰੋਲਡ ਹਾਈਵੇ। ਸੋ ਜਿਹੜੇ ਇਹ ਚੀਜ਼ਾਂ ਹੈਗੀਆਂ ਵਹੀਕਲ ਕੰਟਰੋਲਸ ਦੇ ਵਿੱਚ ਆਉਂਦੀਆਂ ਹੈਗੀਆਂ, ਜਿਹਦੇ ਵਿੱਚ ਕਿ ਜਿੱਦਾਂ ਮੈਂ ਕਿਹਾ ਲੈਫਟ ਟਰਨ, ਰਾਈਟ ਟਰਨ, ਲੇਨ ਚੇਂਜਸ, ਜਿਹੜੇ ਹਾਈਵੇ 'ਤੇ ਕਰਵਸ ਹੁੰਦੇ ਆ, ਜਦੋਂ ਆਪਾਂ ਹਾਈਵੇ ਸਪੀਡ ਦੇ ਉੱਤੇ ਟਰੈਵਲ ਕਰਦੇ ਹਾਂ, ਜਿਹੜੇ ਆਪਾਂ ਮੁੜਨਾ ਆ ਮਾੜੇ ਮਾੜੇ ਘੁੰਮਦੇ ਹੁੰਦੇ ਆ ਉਹ ਕਰਵਸ, ਅਤੇ ਫਰੀਵੇ 'ਤੇ ਵੜਨਾ ਨਿਕਲਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਹੀਕਲ ਕੰਟਰੋਲਸ ਦੇ ਵਿੱਚ ਆ ਜਾਣੀਆਂ। ਇੱਥੇ ਇੱਕ ਵਿਜ਼ੂਅਲ ਸਰਚ ਦਾ ਫਿਰ ਇੱਕ ਹੋਰ ਏਰੀਆ ਦਿੱਤਾ ਗਿਆ। ਵਿਜ਼ੂਅਲ ਸਰਚ ਉਹੀ ਆ ਕਿ ਆਪਣੇ ਆਲੇ ਦੁਆਲੇ ਦੇਖਣਾ, ਆਪਣੇ ਆਲੇ ਦੁਆਲੇ ਦੇਖਣਾ ਕਿ ਟਰੱਕ ਦੇ ਤੁਹਾਡਾ ਟਰੱਕ, ਕਈ ਵਾਰੀ ਆਪਾਂ ਵੀਡੀਓਜ਼ ਦੇਖਦੇ ਹੁੰਦੇ ਆ ਕਿ ਕੋਈ ਇੱਕ ਟਰੱਕ ਖੰਭਾ ਖਿੱਚ ਕੇ ਲੈ ਤੁਰਿਆ, ਉਹਨੂੰ ਪਤਾ ਹੀ ਨਹੀਂ ਲੱਗਦਾ, ਅੱਗੇ ਜਿਹੜਾ ਡਰਾਈਵਰ ਆ ਉਹਨੂੰ ਸਮਝ ਨਹੀਂ ਆਉਂਦੀ ਵੀ ਕੀ ਹੋ ਗਿਆ, ਪਰ ਉਹ ਵਿਜ਼ੂਅਲ ਸਰਚ ਕਿ ਤੁਹਾਡੇ ਆਲੇ ਦੁਆਲੇ ਕੀ ਆ, ਤੁਹਾਡੇ ਆਲੇ ਦੁਆਲੇ ਕੋਈ ਬੰਦਾ ਤਾਂ ਨਹੀਂ ਫਿਰ ਰਿਹਾ, ਕੁਛ ਦੇਖ ਨਹੀਂ। ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਵਿਜ਼ੂਅਲ ਸਰਚ ਦੇ ਨਾ ਹੋਣ ਕਰਕੇ ਕਈ ਬੰਦੇ ਜਿਹੜੇ ਟਰੱਕ ਸਟਾਪ ਦੇ ਉੱਤੇ, ਇੱਕ ਵਾਰੀ ਇੱਕ ਹਾਦਸਾ ਵੀ ਹੋਇਆ ਸੀਗਾ ਜਿਹਦੇ ਵਿੱਚ ਕਿ ਇੱਕ ਡਰਾਈਵਰ ਜਿਹੜਾ ਸੀ ਉਹ 2 ਟਰੱਕਾਂ ਦੇ ਵਿੱਚ ਪਿਸ ਗਿਆ ਸੀਗਾ, ਜਸਟ ਬਿਕਾਜ਼ ਕਿ ਡਰਾਈਵਰ ਕੋਲ ਵਿਜ਼ੂਅਲ ਸਰਚ ਜਿਹੜੀ ਉਹਨੇ ਨਹੀਂ ਕੀਤੀ, ਉਹਨੇ ਨਹੀਂ ਦੇਖਿਆ ਆਲੇ ਦੁਆਲੇ। ਇਸ ਤੋਂ ਅੱਗੇ ਜਿਹੜਾ ਆਵਰਸ ਆਫ ਸਰਵਿਸ ਰਿਕੁਆਇਰਮੈਂਟਸ ਹੈਗੀਆਂ ਉਹਦੇ ਬਾਰੇ ਦੇ ਵਿੱਚ ਵੀ ਇਸ ਸੈਕਸ਼ਨ 'ਚ ਦੁਬਾਰਾ ਫਿਰ ਗੱਲ ਕੀਤੀ ਜਾਏਗੀ। ਨਾਈਟ ਆਪਰੇਸ਼ਨ ਦੇ ਬਾਰੇ ਦੇ ਵਿੱਚ ਵੀ ਗੱਲ ਕੀਤੀ ਜਾਣੀ ਆ ਇਸ ਮਾਮਲੇ ਦੇ ਵਿੱਚ, ਜਿਹਦੇ 'ਚ ਕਿ ਇਹਦੇ 'ਚ ਡਿਸਕਸ ਹੋਊਗਾ ਕਿ ਪਬਲਿਕ ਰੋਡ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਇਹ ਦਿਖਾਉਣਾ ਇਹ ਨਹੀਂ ਦਿਖਾਉਣਾ ਪਊਗਾ ਕਿ ਤੁਸੀਂ ਇਹ ਨਾਈਟ ਦੇ ਵਿੱਚ ਕਿਵੇਂ ਚਲਾ ਸਕਦੇ। ਮਤਲਬ ਆਪਾਂ ਇੱਦਾਂ ਨਹੀਂ ਵੀ ਸਕੂਲਾਂ ਵਾਲੇ ਰਾਤ ਨੂੰ ਲੈ ਕੇ ਤੁਹਾਨੂੰ ਤੁਰੇ ਫਿਰਨਗੇ, ਪਰ ਉਹਦੇ ਬਾਰੇ ਦੇ ਵਿੱਚ ਤੁਹਾਡੀ ਗੱਲਬਾਤ ਹੋਊਗੀ। ਸ਼ਿਫਟਿੰਗ ਅਤੇ ਟਰਾਂਸਮਿਸ਼ਨ ਦੇ ਉੱਤੇ ਗੱਲਬਾਤ ਹੋਊਗੀ, ਉਹ ਵੀ ਬਹੁਤ ਜ਼ਰੂਰੀ ਹੈਗੀ ਆ। ਸਪੀਡ ਐਂਡ ਸਪੇਸ ਮੈਨੇਜਮੈਂਟ, ਇੱਥੇ ਹੁਣ ਮੈਨੂੰ ਸਪੇਸ ਮੈਨੇਜਮੈਂਟ ਦੀ ਸਮਝ ਆਈ ਕਿ ਜਿਹੜੀ ਸਪੀਡ ਆ ਉਹਦੇ 'ਤੇ ਤੁਹਾਨੂੰ ਕੰਟਰੋਲ ਕਰਨ ਦੀ ਲੋੜ, ਅਤੇ ਸਪੇਸ ਮੈਨੇਜਮੈਂਟ ਕਿ ਤੁਹਾਡੇ ਅਤੇ ਅਗਲੇ ਜਿਹੜਾ ਟਰੱਕ ਹੈਗਾ ਉਹਦੇ 'ਚ ਸਪੇਸ ਨੂੰ ਕਿੱਦਾਂ ਮੈਨੇਜ ਕਰਨਾ ਹੈਗਾ। ਆਈ ਥਿੰਕ ਸਪੇਸ ਮੈਨੇਜਮੈਂਟ ਦਾ ਇਹ ਜਿਹੜਾ ਮਤਲਬ ਕਿ ਆਈਡੀਆ ਸੀਗਾ। ਉਹ ਤੋਂ ਬਾਅਦ ਹੈਜ਼ਰਡ ਪਰਸੈਪਸ਼ਨ ਜਿਹੜੀ ਹੈਗੀ ਆ ਉਹ ਦੇਖਿਆ ਜਾਊਗਾ, ਅਤੇ ਐਕਸਟ੍ਰੀਮ ਡਰਾਈਵਿੰਗ ਕੰਡੀਸ਼ਨ ਬਾਰੇ ਦੇ ਵਿੱਚ ਵੀ ਤੁਹਾਡੀ ਗੱਲਬਾਤ ਹੋਊਗੀ। ਕਮਿਊਨੀਕੇਸ਼ਨ ਅਤੇ ਸਿਗਨਲਿੰਗ, ਜਿਹੜੀ ਕਮਿਊਨੀਕੇਸ਼ਨ ਅਤੇ ਸਿਗਨਲਿੰਗ ਹੁੰਦੀ ਹੈ ਰੋਡ ਦੇ ਉੱਤੇ, ਇੱਕ ਸਿਗਨਲ ਹੁੰਦੇ ਆ ਡਰਾਈਵਰ ਟੂ ਡਰਾਈਵਰ, ਜਦੋਂ ਤੁਸੀਂ ਜਾਂਦੇ ਆ ਤੁਸੀਂ ਕਿਵੇਂ ਸਿਗਨਲ ਦਿੰਦੇ ਆ, ਤੁਸੀਂ ਕਿਵੇਂ ਗੱਲ ਕਰਦੇ ਆ। ਜਿਹੜੀ ਕਮਿਊਨੀਕੇਸ਼ਨ ਆ ਉਹ ਮੇਰੇ ਖਿਆਲ ਇੱਥੇ ਜਿਹੜੀ ਆਪਣੀ ਪੀਸ ਜਿਹੜਾ ਆਪਣਾ ਰੇਡੀਓ ਹੁੰਦਾ ਵਿੱਚ ਉਹਦੇ ਗੱਲ ਕਰਨ ਵਾਲੀ, ਉਹ ਮੈਨੂੰ ਉਹਦਾ ਨਾਂ ਮੇਰਾ ਦਿਮਾਗ 'ਚੋਂ ਨਿਕਲ ਗਿਆ ਹੈਗਾ, ਪਰ ਉਹਦੀ ਵੀ ਟ੍ਰੇਨਿੰਗ ਜਿਹੜੀ ਦਿੱਤੀ ਜਾਣੀ ਚਾਹੀਦੀ ਆ। ਸੇਫ ਡਰਾਈਵਰ ਬਿਹੇਵੀਅਰ ਜਿਹੜਾ ਆ ਉਹ ਜਿਹੜਾ ਬਿਲਕੁਲ ਹੀ ਟ੍ਰੇਨਿੰਗ ਜਿਹੜੀ ਜ਼ਰੂਰੀ ਹੈਗੀ ਆ, ਕਿ ਕਾਮਨ ਸੈਂਸ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਆ। ਸੇਫ ਡਰਾਈਵਰ ਦਾ ਬਿਹੇਵੀਅਰ ਜਿਹੜਾ ਆ ਉਹਨੂੰ ਦੱਸਿਆ ਜਾਣਾ ਚਾਹੀਦਾ ਕਿ ਇੱਕ ਸੇਫ ਡਰਾਈਵਰ ਦਾ ਬਿਹੇਵੀਅਰ ਕੀ ਹੁੰਦਾ ਆ। ਰੇਲ ਰੋਡ ਹਾਈਵੇ ਗ੍ਰੇਡ ਕ੍ਰਾਸਿੰਗ, ਇਹ ਵੀ ਬਹੁਤ ਇੱਕ ਵੱਡਾ ਟੌਪਿਕ ਹੈਗਾ, ਵੱਡਾ ਜ਼ਰੂਰੀ ਟੌਪਿਕ ਹੈਗਾ, ਜਿਹਦੇ ਵਿੱਚ ਕੀ ਦੱਸਿਆ ਜਾਣਾ ਚਾਹੀਦਾ ਕਿ ਰੇਲ ਰੋਡ ਜਿਹੜੇ ਆ ਉਹਨਾਂ ਦੀ ਗ੍ਰੇਡ ਦੇਖਣ ਤੋਂ ਬਿਨਾਂ ਤੁਸੀਂ ਰੇਲ ਰੋਡ ਕ੍ਰਾਸ ਨਾ ਕਰੋ, ਕਿਉਂਕਿ ਹੋ ਸਕਦਾ ਕਿ ਉਹ ਤੁਹਾਡੇ ਟਰੱਕ ਵਾਸਤੇ ਬਣੇ ਹੀ ਨਾ ਹੋਣ, ਤੁਹਾਡਾ ਟਰੱਕ ਸਟਕ ਹੋ ਜਾਊਗਾ ਅਤੇ ਫਿਰ ਟ੍ਰੇਨ ਆਉਂਦੀ ਆ ਅਤੇ ਨੁਕਸਾਨ ਬਹੁਤ ਹੁੰਦਾ ਆ। ਸਕਿਡ ਕੰਟਰੋਲ, ਰਿਕਵਰੀ, ਜੈਕ ਨਾਈਫ ਅਤੇ ਅਦਰ ਐਮਰਜੈਂਸੀਜ਼, ਇਹ ਵੀ ਇੱਕ ਵਿਸ਼ਾ ਰੱਖਿਆ ਗਿਆ ਹੈਗਾ, ਜਿਹਦੇ ਬਾਰੇ ਦੇ ਵਿੱਚ ਤੁਹਾਡੀ ਓਵਰ ਦਾ ਰੋਡ ਟ੍ਰੇਨਿੰਗ ਦੇ ਵਿੱਚ ਇੱਕ ਵਾਰੀ ਫਿਰ ਜਿਹੜੀ ਗੱਲਬਾਤ ਕੀਤੀ ਜਾਏਗੀ। ਅਤੇ ਇਸ ਤੋਂ ਬਾਅਦ ਜਿਹੜਾ ਵਿਸ਼ਾ ਹੈਗਾ, ਇੱਕ ਪੁੱਛਿਆ ਜਾਂਦਾ ਕਿ ਕਿਸ ਤਰ੍ਹਾਂ ਇਹਨੂੰ ਇਨਫੋਰਸ ਕੀਤਾ ਜਾਊਗਾ। ਦੇਖੋ, ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨੂੰ ਕਿੱਦਾਂ ਇਨਫੋਰਸ ਕੀਤਾ ਜਾਊਗਾ, ਇਹਦੇ ਬਾਰੇ 'ਚ ਕਿੱਦਾਂ ਗੱਲ ਕੀਤੀ ਜਾਊਗੀ। ਵੀ ਰੀਅਲੀ ਡੋਂਟ ਨੋ ਕਿ ਇਹਨੂੰ ਕਿੱਦਾਂ ਇਨਫੋਰਸ ਕੀਤਾ ਜਾਣਾ ਆ, ਕਿੱਦਾਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣੀਆਂ। DOT ਮੇ ਬੀ ਪਲਾਨ ਕਰੂਗੀ, ਕੰਪੇਅਰ ਕਰੂਗੀ ਕਿ ਡਰਾਈਵਿੰਗ ਰੈਕਡ ਡਿਫਰੈਂਟ ਚੀਜ਼ਾਂ ਦੇ ਉੱਤੇ ਜਿਹੜੀ ਆ ਪੜ੍ਹਾਈ ਲਿਖਾਈ ਅੱਗੇ ਚੱਲਦੀ ਰਹੂਗੀ। ਸੋ ਇਹ ਜਿਹੜੇ ਆ ਇਹ
ਆਉਣ ਵਾਲਾ ਸਮਾਂ ਦੱਸੂਗਾ। ਸੋ ਵਾਈ ਤੁਸੀਂ ELDT ਬਾਰੇ ਕੇਅਰ ਕਿਉਂ ਕਰੋ, ਕਿਉਂ ਇਹ ਜ਼ਰੂਰੀ ਹੈਗਾ? ਕਿਉਂਕਿ we all want safe roads around us, around our family, ਆਪਣੀ ਫੈਮਿਲੀ ਦੇ ਆਲੇ ਦੁਆਲੇ, ਆਪਣੇ ਲਈ, ਸਾਰਿਆਂ ਲਈ ਜਿਹੜੇ ਸੇਫ ਰੋਡਸ ਹੋਣੇ ਚਾਹੀਦੇ ਆ, ਠੀਕ ਹੈ ਨਾ। ਸੋ ਤੁਸੀਂ ਇਸ ਦੇ ਨਾਲ ਤੁਸੀਂ ਫਿਊਚਰ 'ਚ ਜਿਹੜੇ ਆਉਣ ਵਾਲੇ ਡਰਾਈਵਰਸ ਹੈਗੇ ਆ, ਕੁਆਲਿਟੀ ਡਰਾਈਵਰਸ ਜਿਹੜੇ ਹੈਗੇ ਆ, ਉਹ ਪ੍ਰੋਡਿਊਸ ਕਰ ਸਕਦੇ ਆ, ਪ੍ਰੋਡਿਊਸ ਕਰਨੇ ਚਾਹੀਦੇ ਆ। ਔਰ ਇਸ ਮਾਮਲੇ ਦੇ ਵਿੱਚ ਅਸੀਂ ਬਿਲਕੁਲ ਇਸ ਚੀਜ਼ ਦੇ ਹੱਕ ਵਿੱਚ ਆ ਕਿ ਜਿਹੜੇ ਸਕੂਲਸ ਹੈਗੇ ਆ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ, ਡੀਟੇਲ ਦੇ ਵਿੱਚ ਇਹ ਸਾਰਾ ਕੁਛ ਕਰਨਾ ਚਾਹੀਦਾ, ਤਾਂ ਕਿ ਇੱਕ ਬਹੁਤ ਹੀ ਸੇਫ ਡਰਾਈਵਰ ਜਿਹੜਾ ਬਣ ਕੇ ਆਵੇ ਅਤੇ ਉਹ ਆਪਣਾ ਇੱਕ ਲੌਂਗ ਐਂਡ ਸੇਫ ਕਰੀਅਰ ਜਿਹੜਾ ਉਹ ਹੰਢਾਵੇ, ਉਹ ਕਰੇ ਇਸ ਦੇ ਉੱਤੇ। ਅਤੇ ਤੁਹਾਡੀ ਜਿੱਥੋਂ ਉਹ ਸਿੱਖ ਕੇ ਆਇਆ ਉਹਦੀ ਹਮੇਸ਼ਾ ਸਿਫਤ ਸਲਾਹ ਕਰੇ ਕਿ ਉਹਨਾਂ ਨੇ ਮੈਨੂੰ ਜਿੱਦਾਂ ਵਧੀਆ ਸਿਖਾਇਆ ਉਹ ਮੇਰੇ ਖਿਆਲ ਮੇਰੀ ਸਾਰੀ ਜ਼ਿੰਦਗੀ ਮੇਰੇ ਲਈ ਕੰਮ ਆ ਰਿਹਾ। ਅਤੇ ਤੁਸੀਂ ਵੀ ਬਿਲਕੁਲ ਸੇਫ ਰਹੋ, ਸੇਫਟੀ ਦੇ ਨਾਲ ਚਲਾਉਂਦੇ ਰਹੋ। ਬੀ ਸੇਫ ਐਂਡ ਇੰਜੋਏ ਦਾ ਲਾਈਫ। ਅਤੇ ਪਲੀਜ਼ ਜੇ ਤੁਸੀਂ ਇਹ ਪ੍ਰੋਗਰਾਮ ਨਹੀਂ ਸ਼ੇਅਰ ਕੀਤਾ ਜਾਂ ਨਹੀਂ ਲਾਈਕ ਕੀਤਾ ਅਜੇ ਤੱਕ, ਜ਼ਰੂਰ ਸ਼ੇਅਰ ਕਰਿਓ, ਲਾਈਕ ਕਰਿਓ। ਸਾਊਂਡ ਕਲਾਊਡ ਦੇ ਉੱਤੇ ਸਾਨੂੰ ਫੋਲੋ ਕਰੋ, ਰਮਨ ਢਿੱਲੋਂ ਸ਼ੋਅ ਨੂੰ। ਅਤੇ ਜੇ ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਹੈ, ਕੋਈ ਵੀ ਤੁਸੀਂ ਸਾਡੇ ਪ੍ਰੋਗਰਾਮ 'ਚ ਹਿੱਸਾ ਲੈਣਾ, ਸਾਨੂੰ ਰਮਨ ਢਿੱਲੋਂ info@ramantilloshshow.com ਦੇ ਉੱਤੇ ਕਰ ਸਕਦੇ, ਜਾਂ 5597018000 ਦੇ ਉੱਤੇ ਸਾਨੂੰ ਕਾਲ ਕਰਕੇ ਵੀ ਗੱਲ ਕਰ ਸਕਦੇ ਆ। ਅਤੇ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਲੈ ਕੇ ਆਏ ਹਨ ਪ੍ਰਾਈਮ ਲਿੰਕ ਐਕਸਪ੍ਰੈਸ ਇਨਕੋਰਪੋਰੇਟਡ। ਪਿਛਲੇ 18 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਰਵ ਕਰ ਰਹੇ ਹਨ। ਸਾਡੇ ਨਾਲ ਡਰਾਈਵਿੰਗ ਸ਼ੁਰੂ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸਾਨੂੰ 2092520070 ਤੇ ਕਾਲ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ।